ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਵਰਿੰਦਰ ਭਿੰਡਰ ਤੇ ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ ਮੀਡੀਆ। ਹਮੇਸ਼ਾ ਹੀ ਅਸੀਂ ਨਵੀਆਂ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਵੀ ਅਸੀਂ ਇਹ ਐਪੀਸੋਡ ਲੈ ਕੇ ਤੁਹਾਡੇ ਹਾਜ਼ਰ ਹੋਏ ਹਾਂ, ਜਿਸ ਵਿੱਚ ਅਸੀਂ ਕੋਵਿਡ ਬਾਰੇ ਅਪਡੇਟਸ ਤੁਹਾਡੇ ਨਾਲ ਸਾਂਝੀ ਕਰਾਂਗੇ। ਕੀ ਹੈ ਕਰੋਨਾ ਦਾ ਜੋ ਵੱਧ ਰਿਹਾ ਹੈਗਾ, ਕੀ ਮਸਲਾ ਹੈ ਭਾਰਤ ਵਿੱਚ, ਸਾਰੀ ਦਾ ਸਾਰਾ ਸਿਸਟਮ ਢਾਂਚਾ ਤਹਿਸ ਨਹਿਸ ਹੋ ਚੁੱਕਿਆ, ਉਹਦੇ ਬਾਰੇ ਵੀ ਚਰਚਾ ਤੁਹਾਡੇ ਨਾਲ ਕਰਾਂਗੇ। ਮੁਰਦਿਆਂ ਨੂੰ ਹਰੀ ਝੰਡੀ ਦੇਣ ਦਾ ਮਸਲਾ ਕੀ ਹੈ, ਉਹਦੇ ਬਾਰੇ ਵੀ ਵਿਚਾਰਾਂ ਸਾਂਝੀਆਂ ਕੀਤੀਆਂ ਜਾਣਗੀਆਂ। ਕੋਵਿਡ ਵੈਕਸੀਨ ਦਾ ਚੋਰੀ ਦਾ ਮਸਲਾ ਵੀ ਸਾਹਮਣੇ ਆਇਆ, ਉਹ ਵੀ ਅਸੀਂ ਤੁਹਾਡੇ ਨਾਲ ਜੋ ਵਿਚਾਰ ਸਾਂਝੇ ਕਰਾਂਗੇ। ਤੇ ਹੋਰ ਵੀ ਬਹੁਤ ਸਾਰੀਆਂ ਕਰੋਨਾ ਨਾਲ ਰਿਲੇਟਿਡ, ਕਰੋਨਾ ਨਾਲ ਸੰਬੰਧਿਤ ਸਾਡੇ ਕੋਲੇ ਨਿਊਜ਼ ਹੈਗੀਆਂ, ਉਹਨਾਂ ਨਾਲ ਤੁਹਾਡੇ ਰੂਬਰੂ ਹੋਵਾਂਗੇ। ਸਭ ਤੋਂ ਪਹਿਲਾਂ ਸਟੂਡੀਓ ਦੇ ਵਿੱਚ ਹਾਜ਼ਰ ਨੇ ਮੇਰੇ ਨਾਲ ਸਰਦਾਰ MP ਸਿੰਘ ਜੀ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਜੀ, ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਪਿੰਡਰ ਸਾਹਿਬ, ਸਤਿ ਸ਼੍ਰੀ ਅਕਾਲ। ਕਰੋਨਾ ਦੀ ਸਥਿਤੀ ਦਿਨ ਬ ਦਿਨ ਬਹੁਤ ਨਾਜ਼ੁਕ ਬਣਦੀ ਜਾ ਰਹੀ ਹੈ। ਅਜਿਹੇ ਮੋੜ ਤੇ ਆ ਗਈ ਜਿਹੜੀ ਕਿ ਹੁਣ ਸੰਭਾਲਣਾ ਉਹਨੂੰ ਬਹੁਤ ਔਖਾ ਹੋਇਆ ਹੈ, ਖਾਸ ਕਰਕੇ ਭਾਰਤ ਦੇ ਵਿੱਚ। ਭਾਰਤ ਦੇ ਵਿੱਚ ਸਾਰਾ ਸਿਸਟਮ ਆ ਜਿਹੜਾ ਉਹ ਤਹਿਸ ਨਹਿਸ ਹੋ ਚੁੱਕਿਆ। ਭਾਵੇਂ ਕਿ ਦੂਜੀਆਂ ਸਰਕਾਰਾਂ ਨੇ, ਦੂਜੇ ਦੇਸ਼ਾਂ ਦੀਆਂ ਸਰਕਾਰਾਂ ਨੇ ਇਹਦੇ ਤੇ ਕੁਝ ਕਾਬੂ ਪਾ ਲਿਆ, ਪਰ ਭਾਰਤ ਦਾ ਜਿਹੜਾ ਢਾਂਚਾ ਹੈ ਉਹ ਬਹੁਤ ਬੁਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕਿਆ। ਥਾਂ ਥਾਂ ਭਾਈਚਾਰੇ ਦੇ ਵਿੱਚ ਭਾਰਤ ਦੀ ਭੰਡੀ ਹੋ ਰਹੀ ਹੈ, ਥੂ ਥੂ ਹੋ ਰਹੀ ਹੈ। ਕੀ ਸਾਰਾ ਮਸਲਾ ਹੈ, ਸਾਡੇ ਦਰਸ਼ਕਾਂ ਨਾਲ ਸਾਂਝ ਪਾਓ। ਪਿੰਡਰ ਸਾਹਿਬ, ਲਗਭਗ 14-15 ਮਹੀਨੇ ਹੋ ਗਏ ਹਾਂਜੀ, ਜਦੋਂ ਕਰੋਨਾ ਦੀ ਸ਼ੁਰੂਆਤ ਹੋਈ ਜੀ। ਸਾਡੀ ਸਰਕਾਰ ਯਾਨੀ ਭਾਰਤ ਸਰਕਾਰ, ਮੋਦੀ ਸਰਕਾਰ ਕਿੰਨੀ ਕੁ ਚਿੰਤਤ ਹੈ। ਇਹਦੀ ਸ਼ੁਰੂਆਤੀ ਲੱਛਣ ਹੀ ਭੈੜੇ ਸੀ, ਉਹ ਦਿਸ ਰਹੇ ਸੀ ਉਦੋਂ ਜਦੋਂ WHO ਨੇ ਇਹ ਕਹਿ ਦਿੱਤਾ ਕਿ ਪੂਰੇ ਸੰਸਾਰ ਦੇ ਲੋਕ ਚੌਕਸ ਹੋ ਜਾਓ, ਸਾਰੀਆਂ ਸਰਕਾਰਾਂ ਚੌਕਸ ਹੋ ਜਾਓ ਜੀ। ਕਰੋਨਾ ਨਾਂ ਦਾ ਇੱਕ ਵਾਇਰਲ ਜਿਹੜਾ ਵਾ ਉਹ ਵਾਇਰਸ ਜਿਹੜਾ ਇੱਕ ਵਾਇਰਲ ਹੋ ਗਿਆ ਜੀ, ਔਰ ਪੂਰੀ ਦੁਨੀਆ ਨੂੰ ਇਹ ਲਪੇਟ ਵਿੱਚ ਲੈ ਸਕਦਾ, ਇੱਕ ਮਹਾਮਾਰੀ ਦਾ ਰੂਪ ਅਖਤਿਆਰ ਕਰ ਸਕਦਾ। ਤਾਂ ਉਸ ਵੇਲੇ ਅਮਰੀਕਾ ਦਾ ਰਾਸ਼ਟਰਪਤੀ ਜਿਹੜੇ ਆ ਉਹ ਆਪਣੇ ਟੱਬਰ ਟੀਰ ਦੇ ਨਾਲ ਅਮਰੀਕਾ ਤੋਂ ਇੰਡੀਆ ਦਾ ਦੌਰਾ ਕਰਨ ਗਿਆ ਹੋਇਆ ਸੀ। ਅਹਿਮਦਾਬਾਦ ਵਿੱਚ ਉਸ ਗੁਜਰਾਤ ਵਿੱਚ ਉਹਦੇ ਵਾਸਤੇ ਬਹੁਤ ਵੱਡੇ ਪ੍ਰਬੰਧ ਕੀਤੇ ਗਏ। ਜਿਹੜੇ ਇੱਕ ਗਿਣੀ ਮਿਥੀ ਚਾਲ ਸੀਗੀ ਕਿ ਅਮਰੀਕਾ ਦੇ ਉਸ ਵੇਲੇ ਦੇ ਰਾਸ਼ਟਰਪਤੀ ਟਰੰਪ ਨੂੰ ਇਹ ਦਿਖਾਉਣਾ ਸੀਗਾ ਕਿ ਇਹ ਜਿਹੜੇ ਲੋਕ ਅੱਜ ਇਕੱਠੇ ਹੋਏ ਆ, ਇਹਨਾਂ ਦੇ ਬਹੁਤੇ ਰਿਸ਼ਤੇਦਾਰ ਜਿਹੜੇ ਆ, ਮੈਜੋਰਿਟੀ ਜਿਹੜੇ ਰਿਸ਼ਤੇਦਾਰਾਂ ਦੀ ਆ, ਇਹ ਉੱਥੇ ਇਹਨਾਂ ਦੇ ਅਮਰੀਕਾ ਵਿੱਚ ਵੀ ਰਹਿੰਦੇ ਆ, ਇਹ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਵੋਟਾਂ ਪਾਉਣਗੇ। ਇਸ ਤਰੀਕੇ ਨਾਲ ਪ੍ਰਚਾਰ ਉੱਥੇ ਵਿੱਢਿਆ ਗਿਆ ਸੀਗਾ, ਔਰ ਕਰੋਨਾ ਦੇ ਬਾਰੇ ਬੇਫਿਕਰੀ ਸੀ। ਜਦੋਂ ਚਾਈਨਾ ਤੋਂ ਇਹ ਸ਼ੁਰੂ ਹੋਇਆ, ਕਿਸੇ ਨੂੰ ਇਹ ਭੁਲੇਖੇ ਵਾਲੀ ਗੱਲ ਨਹੀਂ ਹੈ। ਬੜੇ ਵੱਡੇ ਪੱਧਰ ਤੇ, ਜੰਗੀ ਪੱਧਰ ਤੇ ਪੂਰੇ ਦੇਸ਼ਾਂ ਨੇ ਇਹਦੇ ਵਾਸਤੇ ਕੰਮ ਕੀਤਾ। ਨਾ ਇੰਡੀਆ ਨੇ ਕੀਤਾ, ਨਾ ਅਮਰੀਕਾ ਨੇ ਕੀਤਾ। ਅਮਰੀਕਾ ਦੇ ਵਿੱਚ ਨਵੀਂ ਸਰਕਾਰ ਆਉਣ ਤੋਂ ਬਾਅਦ ਉਹਦੇ ਤੇ ਕੰਮ ਸ਼ੁਰੂ ਹੋ ਗਿਆ, ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਪਿਛਲੇ 14-15 ਮਹੀਨਿਆਂ ਵਿੱਚ ਇੰਡੀਆ ਦੀ ਗੌਰਮੈਂਟ ਨੇ ਕੋਈ ਕੋਸ਼ਿਸ਼ ਨਹੀਂ ਕੀਤੀ। ਇਹ ਤੁਸੀਂ ਦੇਖਿਆ ਹੀ ਹੋਣਾ ਕਿ ਹੁਣੇ ਜੇ 5 ਸੂਬਿਆਂ ਦੇ ਵਿੱਚ ਇਲੈਕਸ਼ਨ ਜਿਹੜੀ ਆ ਉਹ ਹੋ ਕੇ ਹਟੀ ਆ, ਅਜੇ 5ਵੇਂ ਸੂਬੇ ਬੰਗਾਲ ਦੇ ਵਿੱਚ ਚੱਲ ਰਹੀ ਹੈ, ਤੇ ਉੱਥੇ ਪ੍ਰਧਾਨ ਮੰਤਰੀ ਸਮੇਤ ਅਮਲਾ ਫੈਲਾ ਜੋ ਵੀ ਹੈਗਾ ਰਾਜ ਕਰਦੀ ਪਾਰਟੀ ਦਾ, ਉਹ ਵੱਡੀਆਂ ਚੋਣ ਰੈਲੀਆਂ ਕਰ ਰਿਹਾ। ਪ੍ਰਧਾਨ ਮੰਤਰੀ ਇੱਕ ਰੈਲੀ ਦੇ ਵਿੱਚ ਲੋਕਾਂ ਨੂੰ ਸੰਬੋਧਨ ਹੋ ਕਹਿ ਰਿਹਾ, ਮੇਰੀ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਤੁਸੀਂ ਲੋਕ ਬੜੇ ਉਤਸ਼ਾਹ ਦੇ ਨਾਲ ਮੈਨੂੰ ਸੁਣਨ ਆਏ ਹੋ। ਕੋਈ ਸੋਸ਼ਲ ਡਿਸਟੈਂਸਿੰਗ ਦਾ ਚੱਕਰ ਹੀ ਨਹੀਂ, ਕੋਈ ਮਾਸਕ ਪਾਉਣ ਦੀ ਗੱਲ ਨਹੀਂ। ਔਰ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਹੈ, ਜਿਹੜਾ ਸਾਰੇ ਕੁਛ ਦੀ ਜ਼ਿੰਮੇਵਾਰ ਹੁੰਦਾ, ਉਹ ਮੈਂ ਤਾਂ ਉਹਦੇ ਕਦੀ ਮਾਸਕ ਪਾਇਆ ਵੇਖਿਆ ਨਹੀਂ। ਉਹ ਵੀ ਰੈਲੀਆਂ ਨੂੰ ਕਦੀ ਹੱਥ ਇੱਧਰ ਨੂੰ ਕਰਕੇ, ਕਦੀ ਹੱਥ ਇੱਧਰ ਨੂੰ ਕਰਕੇ ਉਹ ਲੋਕਾਂ ਦਾ ਅਭਿਨੰਦਨ ਕਰਦਾ, ਲੋਕਾਂ ਦਾ ਸਵਾਗਤ ਕਰਦਾ, ਜਾਂ ਉਹਨਾਂ ਕੋਲੋਂ ਲੋਕਾਂ ਦੇ ਕੋਲੋਂ ਵਾਹ ਜਿਹੜਾ ਲੈਂਦਾ। ਇਹ ਇਸ ਤਰੀਕੇ ਦੀ ਲਾਪਰਵਾਹੀ ਜਿਹੜੀ ਸੀ, ਇਹਨੇ ਕੋਈ ਨਾ ਕੋਈ ਚੰਨ ਚਾੜਨਾ ਸੀ। ਜਿਹੜਾ ਤੁਸੀਂ ਕਿਹਾ ਕਿ ਪੂਰੀ ਦੁਨੀਆ 'ਚ ਥੂ ਥੂ ਹੋ ਰਹੀ ਹੈ, ਉਹ ਇਸੇ ਗੱਲ ਦੀ ਹੋ ਰਹੀ ਹੈ ਕਿ ਤੁਸੀਂ ਇੱਕ ਨੋਟ ਕਰੋਗੇ, ਜਦੋਂ ਤੁਸੀਂ ਟੈਲੀਵਿਜ਼ਨ ਦੇ ਉੱਤੇ ਕੋਈ ਖਬਰਾਂ ਦਾ ਚੈਨਲ ਦੇਖਣਾ ਚਾਹੁੰਦੇ, ਜੇ ਇੰਗਲਿਸ਼ ਦੀਆਂ ਖਬਰਾਂ ਦੇਖਣੀਆਂ ਚਾਹੁੰਦੇ, ਜਾਂ ਇੰਗਲਿਸ਼ ਚੈਨਲ ਦੇ ਉੱਤੇ ਕੋਈ ਹੋਰ ਪ੍ਰੋਗਰਾਮ ਵੇਖਣਾ ਚਾਹੁੰਦੇ, ਤੇ ਸਭ ਤੋਂ ਪਹਿਲਾ ਚੈਨਲ ਜਿਹੜਾ ਇੱਕ ਆਉਂਦਾ ਉਹ ਕਰੋਨਾ ਦੀ ਅਪਡੇਟ ਦਿੰਦਾ। ਉਸ ਅਪਡੇਟ ਵਿੱਚ ਤੁਸੀਂ ਦੇਖੋਗੇ ਅੱਜ ਵੀ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਨੰਬਰ 1 ਤੇ ਆ, ਯਾਨੀ ਸਭ ਤੋਂ ਵੱਧ ਲੋਕ ਅਫੈਕਟਡ ਉੱਥੇ ਹੋਏ, ਮੌਤਾਂ ਸਭ ਤੋਂ ਵੱਧ ਉੱਥੇ ਹੋ ਰਹੀਆਂ। ਭਾਰਤ ਦਾ ਨੰਬਰ ਹੁਣ ਤੋਂ 4-5 ਮਹੀਨੇ ਪਹਿਲਾਂ ਚੌਥੇ-ਪੰਜਵੇਂ ਨੰਬਰ ਤੇ ਸੀ, ਹੁਣ ਦੂਜੇ ਨੰਬਰ ਤੇ ਆ। ਤੁਸੀਂ ਜਿਸ ਰਫ਼ਤਾਰ ਦੇ ਨਾਲ ਹੁਣ ਕੇਸ ਹਰ ਰੋਜ਼ ਆ ਰਹੇ ਆ, 3 ਲੱਖ ਤੋਂ ਵੱਧ, 3.5 ਲੱਖ ਤੱਕ ਪਹੁੰਚ ਗਏ ਰੋਜ਼ ਦੀ ਗਿਣਤੀ। ਇਹ ਆਉਣ ਵਾਲੇ ਦਿਨਾਂ 'ਚ ਨੰਬਰ 1 ਤੇ ਪਹੁੰਚ ਜਾਣਾ।
ਮਤਲਬ ਇੰਡੀਆ ਦਾ ਨੰਬਰ 1 ਨੰਬਰ ਤੇ ਹੋਊਗਾ ਕਿ ਜਿਹੜੇ ਕਰੋਨਾ ਅਫੈਕਟਡ ਕੰਟਰੀਜ਼ ਹੋਣਗੇ। ਅੱਜ ਦੁਨੀਆ ਦੇ ਵਿੱਚ ਇਸ ਗੱਲ ਤੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ, ਜਿਹੜੀ ਭਾਰਤ ਸਰਕਾਰ ਨੂੰ ਕੋਈ ਚਿੰਤਾ ਨਹੀਂ ਹੈ, ਬਹੁਤ ਸਾਰੀਆਂ ਰਾਜਾਂ ਦੀਆਂ ਸਰਕਾਰਾਂ ਨੂੰ ਕੋਈ ਚਿੰਤਾ ਨਹੀਂ ਹੈ, ਪਰ ਦੁਨੀਆ ਦੇ ਦੂਜੇ ਦੇਸ਼ ਚਿੰਤਾ ਕਰਦੇ ਪਏ ਆ ਕਿ ਜਿਸ ਤਰੀਕੇ ਦੇ ਨਾਲ ਭਾਰਤ ਵਿੱਚ ਕਰੋਨਾ ਫੈਲ ਗਿਆ, ਇਹ ਬਹੁਤ ਵੱਡਾ ਨੁਕਸਾਨ ਹੋ ਜਾਊਗਾ। ਦੁਨੀਆ ਬਹੁਤ ਮਰ ਰਹੀ ਆ, ਦੋ ਗੱਲਾਂ ਕਰਕੇ ਮਰ ਰਹੀ। ਇੱਕ ਤਾਂ ਕਰੋਨਾ ਨਾਲ ਅਫੈਕਟਡ ਹੈਗੇ ਲੋਕ ਹੋ ਰਹੇ, ਇੱਕ ਲਾਪਰਵਾਹੀ ਜਿਹੜੀ ਆ, ਹਸਪਤਾਲ ਹੈ ਨਹੀਂ, ਵੈਕਸੀਨ ਹੈ ਨਹੀਂ, ਵੈਕਸੀਨ ਜਿਹੜੀ ਆ ਉਹਦੀ ਪ੍ਰੋਪਰ ਡਿਸਟ੍ਰੀਬਿਊਸ਼ਨ ਹੈ ਨਹੀਂ, ਉਹਦੇ ਲਈ ਪ੍ਰਬੰਧ ਹੀ ਉਸ ਤਰੀਕੇ ਦੇ ਹੈ ਨਹੀਂ। ਹੋਰ ਤਾਂ ਹੋਰ ਜਿਹੜੇ ਲੋਕ ਕਰੋਨਾ ਦੇ ਅਫੈਕਟਡ ਹੋ ਜਾਂਦੇ ਆ, ਪੇਸ਼ੈਂਟ ਹੋ ਜਾਂਦੇ, ਹਸਪੀਟਲ 'ਚ ਦਾਖਲ ਹੁੰਦੇ ਆ, ਉਹਨਾਂ ਵਾਸਤੇ ਉੱਥੇ ਬੈੱਡ ਹੈ ਨਹੀਂ, ਉਹਨਾਂ ਵਾਸਤੇ ICU 'ਚ ਜਗ੍ਹਾ ਹੀ ਹੈ ਨਹੀਂ, ਉਹਨਾਂ ਵਾਸਤੇ ਵੈਂਟੀਲੇਟਰ ਹੈ ਨਹੀਂ, ਉਹਨਾਂ ਵਾਸਤੇ ਆਕਸੀਜਨ ਹੈ ਜਿਹੜੀ ਘੱਟੋ ਘੱਟ ਬੇਸਿਕ ਲੋੜ ਹੈ। ਕਿਉਂਕਿ ਕਰੋਨਾ ਜਿਹੜਾ ਇਫੈਕਟ ਕਰਦਾ ਸਭ ਤੋਂ ਵੱਧ ਕਰਦਾ ਫੇਫੜਿਆਂ ਦੇ, ਸਾਹ ਪ੍ਰਣਾਲੀ ਤੁਹਾਡੀ, ਔਖਾ ਸਾਹ ਜਦੋਂ ਆਉਂਦਾ, ਤੁਸੀਂ ਮਾੜਾ ਮੋਟਾ ਟੈਂਪਰੇਚਰ ਹੈਗਾ ਉਹ ਕੋਈ ਗੱਲ ਨਹੀਂ, ਤੁਸੀਂ 2-4 ਦਿਨ ਘਰ ਇਕੱਲੇ ਵੀ ਰਹਿ ਲਵੋ ਤੇ ਤੁਸੀਂ ਉਹ ਤੋਂ ਨਿਜਾਤ ਪਾ ਲਓਗੇ। ਖੰਘ ਖਾਂਸੀ ਹੈਗੀ, ਉਹਦਾ ਇਲਾਜ ਵੀ ਹੈਗਾ, ਪਰ ਜੇ ਤੁਹਾਨੂੰ ਸਾਹ ਫੁੱਲਣਾ ਸ਼ੁਰੂ ਹੋ ਗਿਆ ਜਾਂ ਸਾਹ ਲੈਣ 'ਚ ਤਕਲੀਫ ਹੋਣੀ ਸ਼ੁਰੂ ਹੋ ਗਈ ਤਾਂ ਤੁਹਾਨੂੰ ਹਸਪੀਟਲ ਜਾਣਾ ਹੀ ਪਏਗਾ। ਜੇ ਤੁਸੀਂ ਹਸਪੀਟਲ ਜਾਂਦੇ ਤਾਂ ਉੱਥੇ ਇਲਾਜ ਹੀ ਕੋਈ ਨਹੀਂ। ਮੈਂ ਇੱਕ ਦੇਖ ਰਿਹਾ ਸੀਗਾ, ਕਿਸੇ ਕੋਈ ਬੰਦਾ, ਉਹ ਕਹਿੰਦੇ, ਉਹਦੀ ਬੇਟੀ ਉਹਨੂੰ ਪੁੱਛਦੀ, ਪਾਪਾ ਤੁਸੀਂ ਹਸਪੀਟਲ ਜਾਣ ਲੱਗੇ ਹੋ, ਤਿਆਰੀ ਸਾਰੀ ਕਰ ਲਈ? ਉਹ ਕਹਿੰਦਾ ਹਾਂਜੀ ਤਿਆਰੀ ਕਰ ਲਈ। ਕਿੰਨੀ ਤਿਆਰੀ ਕੀਤੀ ਮੈਨੂੰ ਵੀ ਦੱਸ ਦਿਓ। ਉਹ ਕਹਿੰਦਾ ਜੀ ਮੈਂ ਫਲਾਣੇ ਡਾਕਟਰ ਨੂੰ ਫੋਨ ਕਰਤਾ, ਉਹ ਮੇਰੇ ਨਾਲ ਜਾਊਗਾ, ਫਲਾਣੀ ਨਰਸ ਨੂੰ ਮੈਂ ਫੋਨ ਕਰਤਾ, ਉਹ ਮੇਰੇ ਨਾਲ ਜਾਊਗੀ, ਇਹ ਦੇਖੋ ਦਵਾਈਆਂ ਦਾ ਬਾਕਸ ਮੈਂ ਰੈਡੀ ਰੱਖ ਲਿਆ ਹੈਗਾ, ਇਹਦੇ ਵਿੱਚ ਇੰਜੈਕਸ਼ਨ ਮੇਰੇ, ਇਹਦੇ ਵਿੱਚ ਮੇਰੇ ਟੈਬਲੇਟਸ ਹੈਗੀਆਂ, ਮੈਂ ਉੱਤੇ ਲਿਖਤਾ ਕਿਹੜੇ ਟਾਈਮ ਕਿਹੜੀ ਦਵਾਈ ਖਾਣੀ ਆ ਔਰ ਕਿੱਦਾਂ ਹੈਗੀ। ਆਹ ਮੈਂ ਇੱਕ ਬੈੱਡ ਵੀ ਨਾਲ ਲੈ ਕੇ ਜਾ ਰਿਹਾ ਤੇ ਆਕਸੀਜਨ ਵਾਲਾ ਸਿਲੰਡਰ ਵੀ ਮੈਂ ਨਾਲ ਲੈ ਕੇ ਜਾ ਰਿਹਾ। ਉਹ ਕਹਿੰਦੇ ਫਿਰ ਹਸਪੀਟਲ ਨੇ ਕੀ ਕਰਨਾ? ਕਹਿੰਦੇ ਉਹਨਾਂ ਨੇ ਬਿੱਲ ਭੇਜਣਾ। ਯਾਨੀ ਸਾਰੇ ਪ੍ਰਬੰਧ ਤੁਸੀਂ ਆਪ ਕਰਕੇ ਲੈ ਕੇ ਜਾਣੇ, ਹਸਪੀਟਲ ਦਾ ਕੰਮ ਸਿਰਫ ਬਿੱਲ ਭੇਜਣਾ ਰਹਿ ਗਿਆ। ਇਹਦਾ ਮਤਲਬ ਇਹ ਇੱਕ ਮਾਹੌਲ ਹੈ ਕਿ ਸਾਡਾ ਸਿਸਟਮ ਕਿੰਨਾ ਢਾਂਚਾ ਵਿਗੜ ਚੁੱਕਾ ਹੈਗਾ। ਉੱਥੇ ਹਸਪੀਟਲਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਪ੍ਰਬੰਧ ਹੀ ਹੈ ਨਹੀਂ, ਜਿਹਦਾ ਕਰਕੇ ਸਾਰਾ ਕੁਝ ਹੋ ਰਿਹਾ। ਹੁਣ ਇਸ ਤਰੀਕੇ ਦੀ ਜਿਹੜੀ ਚੱਲ ਰਹੀ ਆ ਸਾਰੀ ਉੱਥੇ ਪ੍ਰਕਿਰਿਆ, ਉਹਨੇ ਲੋਕਾਂ ਦੀ ਜਾਨ ਮੁੱਠੀ 'ਚ ਕਰਤੀ ਹੈਗੀ। ਅਸੀਂ ਇੱਥੇ ਬਾਹਰ ਬੈਠੇ ਤਰਾਹ ਕਰਦੇ ਪਏ ਹੈਗੇ ਆ, ਜਿਹਨਾਂ ਲੋਕਾਂ ਦੇ ਉੱਤੇ ਵਾਪਰ ਰਹੀ ਗੱਲ ਹੈ, ਉਹਨਾਂ ਦੇ ਵਾਸਤੇ ਬਹੁਤ ਮੁਸ਼ਕਲ ਦੀ ਘੜੀ ਹੈਗੀ ਆ। ਜੇ ਕੈਨੇਡਾ ਦੇ ਵਿੱਚ ਇੱਥੋਂ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਥੱਲੇ ਤੱਕ ਦੇ ਸਾਰੇ ਮੰਤਰੀ, ਮੈਂਬਰ ਪਾਰਲੀਮੈਂਟ, ਪ੍ਰੋਵਿੰਸਿਸ ਦੇ MLA ਜਾਂ ਅਮਲਾ ਫੈਲਾ ਜੋ ਹੈਗਾ, ਸਰਕਾਰੀ ਜਿਹੜੇ ਅਫਸਰ ਆ ਜਾਂ ਦੂਜੇ ਅਫਸਰ ਆ, ਉਹ ਇੰਨੀ ਇਤਿਆਦ ਰੱਖ ਰਹੇ ਆ ਔਰ ਕਹਿ ਰਹੇ ਆ, ਐਜੂਕੇਟ ਕਰ ਰਹੇ ਲੋਕਾਂ ਨੂੰ, ਘੱਟੋ ਘੱਟ ਤੁਸੀਂ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖੋ, ਮਾਸਕ ਪਾ ਕੇ ਰੱਖੋ, ਜਿਹੜਾ ਸੈਨੀਟਾਈਜ਼ਰ ਯੂਜ਼ ਕਰੋ, ਇਕਾਂਤਵਾਸ ਰਹੋ ਜੇ ਤੁਹਾਨੂੰ ਥੋੜੀ ਬਹੁਤੀ ਤਕਲੀਫ ਮਹਿਸੂਸ ਹੁੰਦੀ ਆ ਤੇ। ਪਰ ਉੱਥੇ ਤਾਂ ਇਦਾਂ ਦੀ ਗੱਲ ਹੀ ਹੈ ਨਹੀਂ। ਬਿਲਕੁਲ ਜੀ ਬਿਲਕੁਲ। ਤਾਂ ਹੀ ਤਾਂ ਇਹ ਸਰਕਾਰਾਂ ਨੇ, ਚਾਹੇ ਕੈਨੇਡਾ ਦੀ ਸਰਕਾਰ ਆ ਜਾਂ ਹੋਰ ਵੀ ਸਰਕਾਰਾਂ, ਇਹਨਾਂ ਨੂੰ ਅਜਿਹੇ ਫੈਸਲੇ ਲੈਣੇ ਪੈ ਰਹੇ ਆ ਕਿ ਹੁਣ ਤੁਸੀਂ ਦੇਖ ਸਕਦੇ ਹੋ ਕਿ 30 ਦਿਨ ਦੇ ਲਈ ਕੈਨੇਡਾ ਤੋਂ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ, ਭਾਰਤ ਤੋਂ ਕੈਨੇਡਾ ਆਉਣ ਦੇ ਲਈ। ਹਾਂਜੀ, ਪਾਕਿਸਤਾਨ ਦਾ ਵੀ, ਪਾਕਿਸਤਾਨ ਦਾ ਤੇ ਇੰਡੀਆ ਦਾ, ਦੋਨਾਂ ਦਾ ਨਾਮ ਆ ਸਾਰੇ ਮਤਲਬ ਸੰਸਾਰ ਦੇ ਵਿੱਚੋਂ। ਪਾਕਿਸਤਾਨ ਦੀ ਗੱਲ ਮੇਰੇ ਮੂੰਹ ਨਿਕਲੀ ਜਾਂ ਤੁਸੀਂ ਵੀ ਕੀਤੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਪਤਾ ਨਹੀਂ ਇਹਨੂੰ ਭਾਰਤ ਦੇ ਪ੍ਰਧਾਨ ਮੰਤਰੀ ਕਿੰਨੇ ਕੁ ਮਾਣ ਨਾਲ ਇਸ ਗੱਲ ਤੇ ਗੌਰ ਕਰਨਗੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ, ਲੋਕੋ ਅਹਤਿਆਤ ਵਰਤੋ, ਲੋਕੋ ਪ੍ਰੀਕਾਸ਼ਨਸ ਲਵੋ, ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖੋ, ਮਾਸਕ ਪਾ ਕੇ ਰੱਖੋ, ਸੈਨੀਟਾਈਜ਼ਰ ਯੂਜ਼ ਕਰੋ, ਤੁਹਾਨੂੰ ਪ੍ਰੋਬਲਮ ਆਉਂਦੀ ਹੈ ਘਰੇ ਇਕਾਂਤਵਾਸ ਰਹੋ, ਨਹੀਂ ਤੇ ਤੁਹਾਡਾ ਹਾਲ ਕਿਤੇ ਇੰਡੀਆ ਵਾਲਾ ਨਾ ਹੋ ਜਾਏ। ਇੱਕ ਪਾਕਿਸਤਾਨ ਕਹਿ ਰਿਹਾ, ਜਿਹੜਾ ਛੋਟਾ ਜਿਹਾ ਕੰਟਰੀ ਆ, ਜਿੱਥੇ ਇੰਨੀਆਂ ਸਹੂਲਤਾਂ ਵੀ ਨਹੀਂ ਹੈਗੀਆਂ ਸੀ ਕਹਿੰਦੇ, ਪਰ ਸਾਡੀਆਂ ਕਿੰਨੀਆਂ ਸਹੂਲਤਾਂ ਸਾਡੇ ਕੋਲ ਸੀਗੀਆਂ, ਉਹਦਾ ਪਾਜ ਜਿਹੜਾ ਉੱਧਰ ਗਿਆ। ਹਾਂਜੀ ਬਿਲਕੁਲ ਜੀ ਬਿਲਕੁਲ। ਤੁਸੀਂ ਦੇਖਿਆ ਹੋਊਗਾ ਕਿ ਤੁਸੀਂ ਸਹੂਲਤਾਂ ਦੀ ਗੱਲ ਕਰਦੇ ਆ, ਆਕਸੀਜਨ ਦੀ ਗੱਲ ਕਰਦੇ ਆ, ਮੌਤਾਂ ਦਿਨੋਂ ਦਿਨ ਵੱਧ ਰਹੀਆਂ। ਤੁਸੀਂ ਦਿੱਲੀ ਦੀ ਗੱਲ ਕਰ ਦੋ, ਉੱਥੇ ਉਹਨਾਂ ਨੂੰ ਮਤਲਬ ਫੂਕਣ ਦੇ ਲਈ ਜਗ੍ਹਾ ਨਹੀਂ ਮਿਲ ਰਹੀ। ਇਹ ਮੁਰਦਿਆਂ ਨੂੰ ਹਰੀ ਝੰਡੀ ਵਾਲਾ ਮਸਲਾ ਵੀ ਇੱਕ ਸਾਹਮਣੇ ਆ ਰਿਹਾ, ਕੀ ਉਹ ਸਾਰਾ ਮਸਲਾ ਜੀ? ਮੌਤਾਂ ਨੂੰ ਹਰੀ ਝੰਡੀ ਇੱਕ ਮਖੌਲੀਆ ਗੱਲ ਲੱਗਦੀ ਆ ਕਿ ਮੌਤਾਂ ਨੂੰ ਹਰੀ ਝੰਡੀ ਦੇ। ਇਹ ਅਸਲ 'ਚ ਮਸਲਾ ਕੀ ਹੈਗਾ ਜੀ ਕਿ ਇੱਕ ਜਗ੍ਹਾ ਜਿਹੜੇ ਮੁਰਦਿਆਂ ਨੂੰ ਢੋਣ ਵਾਲੀ ਗੱਡੀ, ਜਿਹੜੀ ਇੱਕ ਅੱਜ ਕੱਲ੍ਹ ਤੇ ਛੋਟੇ ਵੱਡੇ ਸਾਰੇ ਸ਼ਹਿਰਾਂ 'ਚ ਹੁੰਦੀ ਹੈ, ਪਹਿਲਾਂ ਮੋਰਚਰੀ ਉਹਨੂੰ ਕਹਿੰਦੇ ਆ, ਮੋਰਚਰੀ ਵੈਨ, ਉਹ ਪਹਿਲਾਂ ਨਹੀਂ ਸੀ ਹੁੰਦੀ, ਬਹੁਤ ਵੱਡੇ ਬੰਬੇ, ਦਿੱਲੀ ਵਰਗੇ ਸ਼ਹਿਰਾਂ 'ਚ ਹੋਊਗੀ, ਆਮ ਨਹੀਂ ਸੀ ਹੁੰਦੀ। ਹੁਣ ਤਾਂ ਛੋਟੇ ਸ਼ਹਿਰਾਂ 'ਚ ਵੀ ਇਹ ਸਹੂਲਤ ਹੋ ਗਈ ਆ। ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਕਲੱਬਾਂ ਹੈਗੀਆਂ ਜਾਂ ਸਰਕਾਰ ਦੇ ਅਦਾਰੇ, ਜਿਹੜੀ ਮਿਊਨਿਸਪੈਲਿਟੀ ਹੈਗੀ, ਉਹ ਵੀ ਪ੍ਰਬੰਧ ਲੱਗ ਪਈ ਕਰਨ।
ਹੁਣ ਇੰਨੀਆਂ ਜ਼ਿਆਦਾ ਮੌਤਾਂ ਹੋ ਰਹੀਆਂ ਕਿ ਮੋਰਚਰੀ ਜਿਹੜੀ ਇੱਕ ਨਾਲ ਗੁਜ਼ਾਰਾ ਹੀ ਨਹੀਂ ਹੁੰਦਾ। ਮਤਲਬ 5-5 10 ਚਾਹੀਦੀਆਂ ਹੈਗੀਆਂ ਕਿਉਂਕਿ ਲਗਾਤਾਰ ਲਾਸ਼ਾਂ ਜਾਈ ਜਾਂਦੀਆਂ ਹਸਪੀਟਲਾਂ ਵਿੱਚੋਂ। ਇੱਕ ਨਿਕਲਿਆ ਅਜੇ ਉਹਨੂੰ ਬਾਹਰ ਕੱਢਦੇ ਹੀ ਆ ਤੇ ਦੂਜੀ ਲਾਸ਼ ਮਗਰੇ ਆ ਜਾਂਦੀ, ਫਿਰ ਤੀਜੀ ਮਗਰੇ ਆ ਜਾਂਦੀ। ਉਹ ਮੋਰਚਰੀਜ਼ ਜਿਹੜੀਆਂ ਮੰਗਵਾਈਆਂ ਗਈਆਂ ਜੀ ਇੱਕ ਸ਼ਹਿਰ ਦੇ ਵਿੱਚ, ਉਸ ਸ਼ਹਿਰ ਦੇ ਮੇਅਰ ਸਾਹਿਬ ਨੇ ਲਾਸ਼ਾਂ ਦੀਆਂ ਗੱਡੀਆਂ 6 ਭਰੀਆਂ ਹੋਈਆਂ, 6ਵਾਂ ਦੇ ਡਰਾਈਵਰਸ ਨੂੰ ਇਹ ਕਿਹਾ ਕਿ ਤੁਸੀਂ ਰੁਕ ਜਾਓ, ਮੈਂ ਇਹਦਾ ਆ ਕੇ ਉਦਘਾਟਨ ਕਰਨਾ। ਲਾਸ਼ਾਂ ਵਿੱਚ ਪਈਆਂ, ਮੋਰਚਰੀ ਗੱਡੀਆਂ ਦੇ ਡਰਾਈਵਰ ਜਿਹੜੇ ਉਹਦੇ ਮੇਅਰ ਦੇ ਬਰਾਬਰ ਖੜੇ ਆ ਔਰ ਉਹ ਝੰਡੀ ਦੇ ਰਹੇ ਆ ਕਿ ਮੋਰਚਰੀ ਹੁਣ ਚਲਾਈ ਜਾਵੇ। ਤੇ ਇਹ ਜੀ ਦੇਸ਼ ਦੇ ਵਿੱਚ ਕੀ ਆਪਾਂ ਉਹਦੇ ਤੋਂ ਐਕਸੈਪਟ ਕਰ ਸਕਦੇ ਹਾਂ ਕਿ ਸਹੂਲਤਾਂ ਦੇ ਨਾਂ ਤੇ ਉੱਥੇ ਠੱਗੀਆਂ, ਚੋਰੀਆਂ। ਇੱਕ ਚੋਰੀ ਦਾ ਮਸਲਾ ਹੋਰ MP ਸਿੰਘ ਜੀ ਬੜਾ ਸਾਹਮਣੇ ਆਇਆ, ਰੌਚਕ ਮਸਲਾ ਹੈ। ਆਪਾਂ ਦੇਖਦੇ ਹੁੰਦੇ ਸੀਗੇ ਚੋਰ ਬੜੀਆਂ ਢੰਗ ਨਾਲ ਚੋਰੀਆਂ ਕਰਦੇ ਰਹੇ। ਆਪਾਂ ਸਿਲੰਡਰ ਚੋਰੀ ਹੁੰਦੇ ਦੇਖਦੇ ਆ, ਘਰਾਂ ਦੇ ਵਿੱਚੋਂ ਚੋਰੀ ਚੱਕ ਕੇ ਲੈ ਜਾਂਦੇ ਆ, ਸ਼ਟਰ ਤੋੜ ਕੇ ਲੈ ਜਾਂਦੇ ਆ, ਸਮਾਨ ਚੱਕ ਕੇ ਲੈ ਜਾਂਦੇ ਆ। ਇਹ ਵੈਕਸੀਨ ਚੋਰੀ ਦਾ ਰੌਚਕ ਮਸਲਾ ਸਾਹਮਣੇ ਆਇਆ ਜੀ, ਉਹ ਕੀ ਸਾਰਾ ਮਸਲਾ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ। ਵੈਕਸੀਨ ਚੋਰੀ ਦੇ ਨਾਲ ਜੁੜਦੀ ਗੱਲ ਮੈਂ ਤੁਹਾਨੂੰ ਪਹਿਲਾਂ ਦੱਸਣੀ ਚਾਹੁੰਦਾ ਕਿ ਆਮ ਤੌਰ ਤੇ ਜਿਹੜੇ ਮੈਡੀਕਲ ਸਟੋਰ ਹੈ, ਕੈਮਿਸਟ ਸ਼ਾਪਸ ਹੈਗੀਆਂ, ਉਹਨਾਂ ਵਿੱਚ ਵੀ ਜਦੋਂ ਚੋਰੀ ਹੁੰਦੀ ਨਾ ਤੇ ਜਿਹੜਾ ਬੰਦਾ ਚੋਰੀ ਕਰਨ ਆਇਆ ਉਹਦੀ ਜਿਹੜੀ ਨਜ਼ਰ ਹੁੰਦੀ ਹੈ ਜਾਂ ਉਹਦੀ ਪਹੁੰਚ ਜਿਹੜੀ ਹੈ ਉਹ ਨਸ਼ੇ ਵਾਲੀਆਂ ਗੋਲੀਆਂ ਜਾਂ ਟੀਕਿਆਂ ਤੇ ਹੁੰਦੀ। ਇਹਦੀ ਇੱਕ ਜਗ੍ਹਾ ਕਿਸੇ ਨੇ ਚੋਰੀ ਕੀਤੀ ਔਰ ਜਦੋਂ ਉਹਨੇ ਘਰ ਜਾ ਕੇ ਵੇਖਿਆ ਕਿ ਜਿਹੜਾ ਮੈਂ ਸਮਾਨ ਕੈਮਿਸਟ ਸ਼ਾਪ ਤੋਂ ਚੁੱਕ ਲਿਆ ਜਾਂ ਜਿੱਥੋਂ ਵੀ ਉਹ ਲੈ ਕੇ ਆਇਆ ਉਹ ਤਾਂ COVID-19 ਦੀ ਵੈਕਸੀਨ ਆ। ਉਹਨੇ ਇਸ ਗੱਲ ਤੇ ਬੜੀ ਸ਼ਰਮ ਵੀ ਮਹਿਸੂਸ ਕੀਤੀ, ਗਲਤੀ ਵੀ ਮਹਿਸੂਸ ਕੀਤੀ ਕਿ ਇਹ ਵੈਕਸੀਨ ਤਾਂ ਕਿਸੇ ਨੂੰ ਲੱਗਣੀ ਸੀਗੀ ਤੇ ਉਹਦੀ ਜਾਨ ਬਚ ਜਾਣੀ ਸੀ, ਮੈਂ ਕੀ ਕੀਤਾ। ਉਹ ਦੇਖੋ ਹੁਣ ਚੋਰ ਦਾ ਵੀ ਉਹਦਾ ਕੋਈ ਅਸੂਲ ਹੈ ਉਹਦੀ ਜ਼ਿੰਦਗੀ ਦੇ। ਉਹਨੇ ਇੱਕ ਚਿੱਠੀ ਲਿਖੀ, ਇੱਕ ਪੇਪਰ ਤੇ ਲਿਖਿਆ ਕਿ ਮੈਂ ਗਲਤੀ ਨਾਲ ਇਹ ਵੈਕਸੀਨ ਚੋਰੀ ਕਰਕੇ ਲੈ ਆਇਆ, ਮੈਂ ਇਹਦੇ ਲਈ ਸ਼ਰਮਸਾਰ ਹਾਂ। ਮੈਨੂੰ ਪਤਾ ਕਿ ਇਹ ਵੈਕਸੀਨ ਦੀ ਲੋੜ ਉਹਨਾਂ ਲੋਕਾਂ ਨੂੰ ਆ ਜਿਨ੍ਹਾਂ ਨੂੰ ਕੋਵਿਡ ਤੋਂ ਬਚਾਇਆ ਜਾ ਸਕਦਾ ਜੇ ਵੈਕਸੀਨ ਲੱਗ ਜਾਵੇ ਤਾਂ। ਮੈਂ ਆਪਦੀ ਜ਼ਿੰਮੇਵਾਰੀ ਦੀ ਅਣਗਹਿਲੀ ਕੀਤੀ, ਮੈਂ ਮਕਸਦ ਮੇਰਾ ਚੋਰੀ ਦਾ ਹੋਰ ਸੀ, ਪਰ ਗਲਤੀ ਨਾਲ ਮੈਂ ਵੈਕਸੀਨ ਚੋਰੀ ਕਰ ਲਈ, ਮੈਂ ਇਹਨੂੰ ਵਾਪਸ ਕਰਦਾ। ਉਹਨੇ ਹੱਥ ਜੋੜ ਕੇ ਥੱਲੇ ਆਪਦਾ ਨਾਂ ਪਤਾ ਲਿਖ ਕੇ ਭੇਜਤਾ ਕਿ ਮੇਰੇ ਤੋਂ ਗਲਤੀ ਹੋ ਗਈ। ਮਤਲਬ ਇੱਕ ਦੇਖੋ ਉਹ ਲੋਕ ਜਿਹੜਾ ਸਮਝਦਾ, ਜਿਹੜਾ ਨਸ਼ੇ ਦੀ ਚੋਰੀ ਕਰਨ ਗਿਆ ਹੋਊਗਾ, ਉਹਨੇ ਇੱਕ ਇਸ ਤਰੀਕੇ ਦੇ ਨਾਲ ਆਪਣੀ ਗਲਤੀ ਦਾ ਅਹਿਸਾਸ ਕੀਤਾ। ਤੇ ਜਿਹੜੇ ਚੋਰ ਵੱਡੇ ਆ, ਜਿਹੜੇ ਵੈਕਸੀਨ ਨੂੰ ਬਾਜ਼ਾਰ ਵਿੱਚ ਮਹਿੰਗੇ ਭਾਅ ਤੇ ਵੇਚਦੇ ਆ, ਜਿਹੜੇ ਗੈਸ ਸਿਲੰਡਰਾਂ ਦੀ ਬਲੈਕ ਕਰਦੇ ਆ, ਆਕਸੀਜਨ ਦੀ ਬਲੈਕ ਕਰਦੇ ਆ, ਉਹਨਾਂ ਨੂੰ ਕੋਈ ਸ਼ਰਮ ਨਹੀਂ। ਇਹ ਗੱਲ, ਇਸ ਖਬਰ ਦੀ ਤਾਂ ਇੰਪੋਰਟੈਂਸ ਹੈ, ਅਸੀਂ ਤਾਂ ਇਹਨੂੰ ਇੱਥੇ ਡਿਸਕਸ ਕਰ ਰਹੇ ਹਾਂ ਕਿ ਇੱਕ ਉਹ ਵਿਅਕਤੀ ਪਤਾ ਨਹੀਂ ਉਹਦੀ ਕੀ ਮਜਬੂਰੀ ਹੋਊ, ਨਸ਼ਾ ਚੋਰੀ ਕਰਨ ਵਾਸਤੇ ਗਿਆ ਔਰ ਉਹ ਕਰਨ ਦੀ ਬਜਾਏ COVID-19 ਦੀ ਵੈਕਸੀਨ ਚੋਰੀ ਕਰਕੇ ਲੈ ਗਿਆ, ਪਰ ਉਹਨੇ ਆਪਦੀ ਗਲਤੀ ਦਾ ਅਹਿਸਾਸ ਕਰ ਲਿਆ। ਵੱਡੇ ਚੋਰਾਂ ਨੇ ਕਦੀ ਗਲਤੀ ਦਾ ਅਹਿਸਾਸ ਨਹੀਂ ਕੀਤਾ। MP ਸਿੰਘ ਜੀ, ਇੱਕ ਪ੍ਰਕੋਪ ਦੁਨੀਆ ਤੇ ਵੈਸੇ ਹੀ ਪਤਾ ਨਹੀਂ ਕਿੱਦਾਂ ਦੀ ਭਾਰੀ ਆ, ਖਾਸ ਕਰਕੇ ਭਾਰਤ ਤੇ। ਹਸਪਤਾਲਾਂ ਦੇ ਵਿੱਚ ਮੌਤਾਂ ਹੋ ਰਹੀਆਂ, ਉਹ ਚਲੋ ਕਰੋਨਾ ਕਰਕੇ ਹੋ ਰਹੀਆਂ ਜਾਂ ਕਿਸੇ ਕਾਰਨ ਕਰਕੇ ਵੀ ਹੋ ਰਹੀਆਂ, ਪਰ ਮਹਾਰਾਸ਼ਟਰ ਦੇ ਇੱਕ ਹਸਪਤਾਲ ਦੇ ਵਿੱਚ ਅੱਗ ਲੱਗਣ ਦੇ ਨਾਲ 20 ਲੋਕ ਮਾਰੇ ਗਏ ਆ। ਉਹ ਸਾਰੀ ਖਬਰ ਕੀ ਆ, ਸਾਡੇ ਦਰਸ਼ਕਾਂ ਨਾਲ ਉਹਦੀ ਸਾਂਝ ਪਾਓ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਹਸਪੀਟਲ ਦੇ ਵਿੱਚ ਅੱਗ ਲੱਗ ਜਾਵੇ ਤੇ ਲੱਗੇ ਵੀ ਉਸ ਵਾਰਡ ਵਿੱਚ ਜਿੱਥੇ ਕਰੋਨਾ ਦੇ ਪੇਸ਼ੈਂਟ 200 ਤੋਂ ਵੱਧ ਪੇਸ਼ੈਂਟ ਦਾਖਲ ਆ ਜੀ, ਔਰ ਇੰਨੀ ਭਿਆਨਕ ਅੱਗ ਹੈ ਕਿ ਉਹਨੂੰ ਬੁਝਾਉਣ ਵਾਸਤੇ ਕੋਈ ਇੰਤਜ਼ਾਮ ਨਹੀਂ, ਕੋਈ ਇੰਤਜ਼ਾਮ ਨਹੀਂ ਤੇ ਹਸਪੀਟਲ 'ਚ ਪਹਿਲੀ ਗੱਲ ਤਾਂ ਅੱਗ ਲੱਗਣ ਦਾ ਮਤਲਬ ਹੀ ਨਹੀਂ। ਬਿਲਕੁਲ, ਇਹ ਕਦੀ ਇਦਾਂ ਵਾਪਰੀਆਂ ਨਹੀਂ ਘਟਨਾ। ਕਿੰਨੀ ਲਾਪਰਵਾਹੀ ਹੋਊਗੀ ਜਾਂ ਪ੍ਰਬੰਧਾਂ ਦੇ ਵਿੱਚ ਕਿੰਨਾ ਨੁਕਸ ਹੋਊਗਾ, ਕਿੰਨਾ ਨਾਸਕ ਪ੍ਰਬੰਧ ਹੈ, ਜਿਹੜੇ ਪ੍ਰਬੰਧ ਤੁਸੀਂ ਕਰ ਹੀ ਨਹੀਂ ਸਕਦੇ। ਤੇ ਹਸਪੀਟਲ ਵਿੱਚ ਲੋਕੀ ਆਪਦੀ ਜਾਨ ਬਚਾਉਣ ਲਈ ਆਉਂਦੇ, ਮਰਨ ਲਈ ਥੋੜੀ ਆਉਂਦੇ। ਠੀਕ ਹੈ ਜੀ, ਇੱਕ ਤਾਂ ਉਹਨੂੰ ਕਰੋਨਾ ਮਾਰ ਰਿਹਾ, ਇੱਕ ਸਾਡੇ ਨਾਕਸ ਪ੍ਰਬੰਧ ਮਾਰ ਰਿਹਾ। ਉਹ ਨਾਕਸ ਪ੍ਰਬੰਧਾਂ ਦਾ ਕਾਰਨ ਹੈ ਕਿ ਉੱਥੇ 15 ਵਿਅਕਤੀ ਜਿਹੜੇ ਸੀਗੇ, ਉਹ ਜਿਹੜੇ ਕਰੋਨਾ ਦੇ ਪੇਸ਼ੈਂਟ ਹੈ, ਜਿਨ੍ਹਾਂ ਨੂੰ ਆਕਸੀਜਨ ਲੱਗੀ ਹੋਈ ਹੈ ਜਾਂ ਜਿਨ੍ਹਾਂ ਨੂੰ ਵੈਕਸੀਨ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ, ਉਹਨਾਂ ਦਾ ਇਲਾਜ ਕੀਤਾ ਜਾ ਰਿਹਾ, ਉਹਨਾਂ ਵਾਸਤੇ ਦੁਆਵਾਂ ਕਰ ਰਹੇ, ਉਹਨਾਂ ਦੇ ਜਿਹੜੇ ਘਰ ਦੇ ਜਿੰਦਾ ਜਲ ਗਏ। ਬੰਦੇ ਦਾ ਜਿੰਦਾ ਹੀ ਜਲ ਜਾਣਾ, ਅੱਗ ਲੱਗ ਜਾਣੀ, ਬੜੀ ਜਿਹੜੀ ਆ ਉਹ ਖਤਰਨਾਕ ਗੱਲ, ਬੜੀ ਚਿੰਤਾ ਵਾਲੀ ਗੱਲ। ਸਰਕਾਰਾਂ ਨੂੰ ਕੋਈ ਚਿੰਤਾ ਨਹੀਂ, ਸਰਕਾਰਾਂ ਇਸ ਗੱਲ ਲਈ ਲਾਪਰਵਾਹ, ਬੇਪਰਵਾਹ
ਔਰ ਉਹਨਾਂ ਨੂੰ ਇਸ ਗੱਲ ਦੀ ਕੋਈ ਖੁਨਾਮੀ ਵੀ ਨਹੀਂ ਮਹਿਸੂਸ ਕਰਦੇ ਕਿ ਸਾਡੇ ਤੋਂ ਗਲਤੀ ਹੋਈ ਹੈ। ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ, ਹਸਪਤਾਲਾਂ ਦੇ ਵਿੱਚ ਇਦਾਂ ਦਾ ਪ੍ਰਬੰਧ ਹੋਣਾ ਚਾਹੀਦਾ ਕਿ ਕੋਈ ਇਹੋ ਜਿਹੀ ਘਟਨਾ ਨਾ ਵਾਪਰੇ। ਉੱਥੇ ਲੋਕ ਅਰਦਾਸਾਂ ਕਰਦੇ ਆ, ਭਾਵੇਂ ਡਾਕਟਰਾਂ ਦੀ ਲਈ ਵੀ ਅਰਦਾਸ ਕਰਦੇ ਆ ਤੇ ਭਾਵੇਂ ਉਹ ਰੱਬ ਨੂੰ ਵੀ ਯਾਦ ਕਰਦੇ ਆ ਕਿ ਸਾਡੀ ਜਾਨ ਬਚ ਜਾਏ, ਅਸੀਂ ਆਪਦੇ ਪਰਿਵਾਰ 'ਚ ਜਾਣਾ ਚਾਹੁੰਦੇ ਹਾਂ, ਜਾਣਾ ਚਾਹੀਦਾ। ਪਰ ਉੱਥੋਂ ਜਾ ਕੇ ਉਹ ਸਿਰਫ ਇਸ ਕਰਕੇ ਮੌਤ ਦੇ ਘਾਟ ਉਤਰ ਜਾਣ ਕਿ ਹਸਪਤਾਲ ਦੇ ਵਿੱਚ ਜੇ ਅੱਗ ਲੱਗ ਗਈ, ਅੱਗ ਲੱਗਣ ਦਾ ਕਾਰਨ ਕੋਈ ਵੀ ਹੋ ਸਕਦਾ, ਅੱਗ ਲੱਗ ਗਈ ਤੇ ਅਸੀਂ ਬਚਾ ਹੀ ਨਹੀਂ ਸਕੇ। ਇਹ ਹਸਪੀਟਲ ਦੇ ਪ੍ਰਬੰਧਕਾਂ ਨੂੰ ਵੀ ਸੋਚਣ ਦੀ ਲੋੜ ਹੈ, ਸਰਕਾਰ ਨੂੰ ਵੀ ਸੋਚਣ ਦੀ ਲੋੜ ਹੈ। MP ਸਿੰਘ ਜੀ, ਤੁਸੀਂ ਕਹੋਗੇ ਕਿ ਅੱਜ ਮੇਰੇ ਕੋਲੇ ਸਾਰੀਆਂ ਦੀਆਂ ਸਾਰੀਆਂ ਖਬਰਾਂ ਹੀ ਇਦਾਂ ਦੀਆਂ ਮਾੜੀਆਂ ਕਹਿ ਸਕਦੇ ਹਾਂ। ਇੱਕ ਮੈਂ ਹੋਰ ਤੁਹਾਡੇ ਨਾਲ ਖਬਰ ਦੀ ਸਾਂਝ ਪਾਉਣਾ ਚਾਹੁੰਦਾ ਕਿ ਦਿੱਲੀ ਦੇ ਹਸਪਤਾਲਾਂ ਦੇ ਵਿੱਚ ਕਰੋਨਾ ਦੇ ਨਾਲ 25 ਹੋਰ ਮੌਤਾਂ ਹੋ ਚੁੱਕੀਆਂ। ਠੀਕ ਹੈ, ਮਤਲਬ ਅਨਫੋਰਚੂਨੇਟਲੀ ਬਦਕਿਸਮਤੀ ਨਾਲ ਅੱਜ ਸਾਡੇ ਕੋਲੇ ਕੋਈ ਚੰਗੀ ਖਬਰ ਅਸੀਂ ਤੁਹਾਡੇ ਨਾਲ ਨਹੀਂ ਸਾਂਝੀ ਕਰ ਰਹੇ। ਤੁਸੀਂ ਇਸ ਖਬਰ ਬਾਰੇ ਵੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ। ਖਬਰ ਟੋਟਲ ਸਾਰੀ ਖਬਰ ਕੀ ਹੈ ਇਹ? ਕੀ ਦਿੱਲੀ ਦੇ ਵਿੱਚ ਵੀ ਜਿਹੜੇ ਹੈਗੇ ਆ, ਕਿਉਂਕਿ ਕੇਜਰੀਵਾਲ ਜੀ ਕਹਿ ਰਹੇ ਆ ਕਿ ਸਾਡੇ ਜਿਹੜੇ ਸਿਹਤ ਪ੍ਰਬੰਧ ਆ ਉਹ ਬਹੁਤ ਵਧੀਆ ਦੂਸਰੇ ਸਟੇਟਾਂ ਦੇ ਨਾਲੋਂ, ਉੱਥੇ ਵੀ ਮੌਤਾਂ ਦਾ ਬਹੁਤ ਜਿਹੜਾ ਤਾਂਡਵ ਸਾਹਮਣੇ ਆ ਰਿਹਾ। ਕੀ ਖਬਰ ਆ ਸਾਰੀ? ਦੇਖੋ, ਬਿਨਾਂ ਸ਼ੱਕ ਕੇਜਰੀਵਾਲ ਦਾ ਇਹ ਦਾਅਵਾ ਕਿਸੇ ਹੱਦ ਤੱਕ ਠੀਕ ਹੈ ਜੀ ਕਿ ਉਹਨੇ ਆਪਦੇ ਕਾਰਜਕਾਲ ਦੇ ਦੌਰਾਨ ਸਿਹਤ ਸੇਵਾਵਾਂ ਵੱਲ ਵੀ ਧਿਆਨ ਦਿੱਤਾ, ਐਜੂਕੇਸ਼ਨ ਵੱਲ ਵੀ ਧਿਆਨ ਦਿੱਤਾ, ਪਰ ਉਹ ਇੰਨਾ ਕੀ ਧਿਆਨ ਦੇ ਸਕਦਾ ਜਿੰਨਾ ਕੁ, ਯਾਨੀ ਤੁਸੀਂ ਕਹਿ ਲਓ ਵੀ ਕੇਜਰੀਵਾਲ ਮੁੱਖ ਮੰਤਰੀ ਹੁੰਦਿਆਂ ਹਾਂ ਵੀ BDO ਤੋਂ ਵੱਧ ਪਾਵਰ ਨਹੀਂ ਰੱਖਦਾ ਜੀ। BDPO ਹੁੰਦੇ ਨਾ ਜੀ, ਇਦੋਂ ਵੱਧ ਪਾਵਰ ਨਹੀਂ ਹੁੰਦੀ ਉਹਦੀ ਕੋਈ ਮੁੱਖ ਮੰਤਰੀ ਦੀ, ਕਿਉਂਕਿ ਹਰ ਗੱਲ ਤੇ, ਹਰ ਫਾਈਲ ਦੇ ਉੱਤੇ ਕੋਈ ਵੀ ਉਹ ਨੋਟਿੰਗ ਦਿੰਦਾ ਤੇ ਉਹਦੇ ਤੇ ਦਸਤਖਤ ਜਿਹੜੇ ਆ ਉੱਥੋਂ ਦੇ ਲੈਫਟੀਨੈਂਟ ਗਵਰਨਰ ਦੇ ਹੋਣੇ ਹੁੰਦੇ। ਠੀਕ ਹੈ ਜੀ, ਔਰ ਉਹ ਇੰਨੀ ਪਾਵਰ ਵੀ ਉਹਦੇ ਕੋਲ ਹੈ ਨਹੀਂ ਕੋਈ ਫੈਸਲਾ ਲੈ ਲਵੇ। ਹੁਣ ਮਸਲਾ ਕੀ ਹੋਇਆ ਕਿ ਉਹਨੇ ਪਿੱਛੇ ਜੇ ਇਹ ਵੀ ਗੱਲ ਕਹੀ ਕਿ ਹਰਿਆਣਾ ਨੇ ਸਾਡੀ ਜਿਹੜੀ ਆਕਸੀਜਨ ਸੀ ਉਹ ਰੋਕ ਲਈ। ਹਾਂਜੀ, ਹੁਣ ਮੈਂ ਤੁਸੀਂ ਪਹਿਲਾਂ ਇਹ ਦਿੱਲੀ ਵਾਲੀ ਗੱਲ ਕਰਨ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਦਿੱਲੀ ਦੇ ਅਸੀਂ 25 ਮੌਤਾਂ ਦੀ ਗੱਲ ਕੀਤੀ ਨਾ, ਇਹ ਜਿਹੜੀ ਆਕਸੀਜਨ ਅਵੇਲੇਬਲ ਨਾ ਹੋਣ ਕਰਕੇ ਹੋਈਆਂ ਜੀ। ਬਿਲਕੁਲ ਉਂਝ ਨਹੀਂ ਹੋਈਆਂ, ਇੱਕੋ ਹਸਪੀਟਲ ਵਿੱਚ 25, ਕਿਉਂਕਿ ਇੱਥੇ ਆਕਸੀਜਨ ਹੈ ਨਹੀਂ ਸੀ। ਹੁਣ ਆਕਸੀਜਨ ਬਾਰੇ ਕੇਜਰੀਵਾਲ ਕਹਿੰਦਾ ਕਿ ਜੀ ਸਾਡੇ ਤਾਂ ਟੈਂਕਰ ਹੀ ਰੋਕ ਲਏ ਹਰਿਆਣੇ ਨੇ, ਦੂਸਰੇ ਸਟੇਟਾਂ ਨੇ, ਕਿਉਂਕਿ ਹਰਿਆਣੇ ਤੋਂ ਹੀ ਆਉਣਾ ਸੀ, ਉਹ ਹਰਿਆਣੇ ਤੋਂ ਹੀ ਆਉਣਾ ਸੀਗਾ। ਤੇ ਹਰਿਆਣੇ ਦਾ ਜਿਹੜਾ ਸਿਹਤ ਮੰਤਰੀ ਆ, ਉਹ ਗ੍ਰਹਿ ਮੰਤਰੀ ਵੀ ਆ, ਉਹ ਕਹਿੰਦਾ ਜੀ ਅਸੀਂ ਤਾਂ ਪਹਿਲਾਂ ਹਰਿਆਣੇ ਵਾਸਤੇ ਰੱਖਣੀ ਹੈ ਜਿਹੜੀ ਇਹ ਆਕਸੀਜਨ, ਦੂਜਿਆਂ ਨੂੰ ਬਾਅਦ ਚ ਦੇਵਾਂਗੇ। ਦੇਖੋ ਇਹ ਕਿੱਦਾਂ ਦੇ ਬਿਆਨ ਹੈਗੇ। ਹੁਣ ਆਕਸੀਜਨ ਦੇ ਇੱਕ ਟੈਂਕਰ ਦੀ ਬਾਰੇ ਮੈਂ ਗੱਲ ਕਰਦਾ, ਜਿੱਥੋਂ ਆਉਣੀ ਸੀ ਗੈਸ ਆਕਸੀਜਨ, ਉਹ ਟੈਂਕਰ ਆਏ ਜੀ, ਉਹਨਾਂ ਨੂੰ ਰਸਤੇ ਵਿੱਚ ਕਿਸੇ ਨੇ ਨਹੀਂ ਰੋਕਿਆ, ਸਾਰੀਆਂ ਸੜਕਾਂ ਉਹਨਾਂ ਨੂੰ ਫ੍ਰੀ ਮਿਲੀਆਂ, ਹੂਟਰ ਵਜਾਉਂਦੇ ਆਉਂਦੇ ਆ, ਭੱਜੇ ਆਉਂਦੇ ਆ। ਪਰ ਜਦੋਂ ਉਹ, ਇਹ ਦਿੱਲੀ ਦੀ ਗੱਲ ਨਹੀਂ, ਕਿਸੇ ਹੋਰ ਜਗ੍ਹਾ ਦੀ ਗੱਲ, ਉੱਥੇ ਉਹ ਮੰਤਰੀ ਸਾਹਿਬ ਕਹਿੰਦੇ ਆ ਕਿ ਜੀ ਇਹਨਾਂ ਨੂੰ ਇੱਥੇ ਰੋਕ ਲਓ ਬਾਹਰ ਹੀ ਸ਼ਹਿਰ ਤੋਂ, ਤੇ ਮੈਂ ਆ ਰਿਹਾ। ਉਹਨਾਂ ਦੇ ਬਕਾਇਦਾ ਉਹ ਟੈਂਕਰ ਨੂੰ ਸਜਾਇਆ ਜਾਂਦਾ, ਗੁਬਾਰਿਆਂ ਨਾਲ ਸਜਾਇਆ ਜਾਂਦਾ, ਫੁੱਲਾਂ ਦੇ ਹਾਰ ਪਾਏ ਜਾਂਦੇ ਹੈਗੇ ਆ, ਫਿਰ ਉੱਥੇ ਪੂਜਾ ਕੀਤੀ ਜਾਂਦੀ ਹੈ ਹਾਂਜੀ ਉਹ ਟੈਂਕਰ ਦੀ। ਉਹ 2 ਘੰਟੇ ਉਹ ਪੂਜਾ ਪਾਠ ਵਿੱਚ ਹੀ ਲਾਤੇ ਜਾਂਦੇ ਆ, ਜਦੋਂ ਕਿ ਉਹਨੂੰ ਉੱਥੋਂ ਦੂਜੇ ਸ਼ਹਿਰ ਤੋਂ ਆਉਣ 'ਚ ਸਿਰਫ 1 ਘੰਟਾ ਲੱਗਾ ਸੀ। ਇਹ ਸਾਡੇ ਪ੍ਰਬੰਧ ਆ ਤੇ ਸਾਡੀ ਸੋਚ ਹੈ। ਜਦੋਂ ਸਾਡੀ ਸੋਚ ਇਹ ਹੈ ਕਿ ਥਾੜੀਆਂ ਖੜਕਾ ਕੇ, ਦੀਵੇ ਮੋਮਬੱਤੀਆਂ ਜਗਾ ਕੇ, ਜਾਂ ਢੋਲ ਢਮਕਾ ਕਰਕੇ ਅਸੀਂ ਕਰੋਨਾ ਭਜਾ ਦੇਣਾ, ਜਾਂ ਅਸੀਂ ਗਊ ਮੂਤਰ ਨਾ ਭਜਾ ਦੇਣਾ, ਜਾਂ ਅਸੀਂ ਗੋਬਰ ਨਾ ਭਜਾ ਦੇਣਾ, ਇਹ ਇਲਾਜ ਸਾਡੇ ਹੈਗੇ ਆ, ਤੇ ਉਦੋਂ ਸਾਨੂੰ ਉਹਦੀ ਆਕਸੀਜਨ ਦੀ ਇੰਪੋਰਟੈਂਸ ਕਿੱਦਾਂ ਪਤਾ ਲੱਗਣੀ ਨੇ। ਇਹ ਦਿੱਲੀ ਵਾਲੀ ਜਿਹੜੀ ਘਟਨਾ ਵਾਪਰੀ ਆ, ਉਹ ਇਹ ਹੈ ਕਿ ਉੱਥੇ ਆਕਸੀਜਨ ਖਤਮ ਹੋ ਗਈ, ਜਿਨ੍ਹਾਂ ਦੀ ਆਕਸੀਜਨ ਲੱਗੀ ਹੋਈ ਸੀ ਸਿਲੰਡਰ ਖਾਲੀ ਹੋ ਗਏ, ਤੇ 25 ਬੰਦੇ ਇੱਕਦਮ ਜਿੱਦਾਂ ਦੀਵੇ ਬੁੱਝ ਜਾਣੇ ਹੁੰਦੇ ਏਦਾਂ ਬੁੱਝ ਗਏ। ਇਹ ਹਾਲਾਤ ਹੈ ਉਸ ਕੰਟਰੀ ਦੇ, ਉਸ ਭਾਰਤ ਦੇ, ਜਿਹਨੂੰ ਅਸੀਂ ਭਾਰਤ ਮਾਤਾ ਕਹਿੰਦੇ ਆ, ਜਿਹੜਾ ਉਹ ਭਾਰਤ ਕਹਿੰਦਾ ਕਿ ਜੀ ਅਸੀਂ ਤਾਂ ਬਹੁਤ ਡਿਜੀਟਲ ਹੋ ਗਏ, ਅਸੀਂ ਤਾਂ ਵਿਸ਼ਵ ਗੁਰੂ ਬਣ ਜਾਣਾ, ਵਿਸ਼ਵ ਗੁਰੂ ਬਣ ਗਏ, ਅਸੀਂ ਉਧਰ ਨੂੰ ਵੱਧ ਰਹੇ ਹਾਂ, ਅਸੀਂ ਮੰਗਲ ਗ੍ਰਹਿ ਤੱਕ ਚਲੇ ਗਏ, ਅਸੀਂ ਚੰਦਰਮਾ ਤੇ ਇਹ ਕਰ ਦੇਣਾ, ਉਹ ਕਰ ਦੇਣਾ। ਇਹ ਉਸ ਦੇਸ਼ ਦਾ ਹਾਲ ਹੈ। ਇਹ ਜੇ ਅੱਜ ਖਬਰਾਂ ਸਾਰੀਆਂ ਇਹ ਡਿਸਕਸ ਕੀਤੀਆਂ ਗਈਆਂ ਤੇ ਇੱਕ ਚਿੰਤਾ ਦਾ ਵਿਸ਼ਾ ਕਿ ਸਾਨੂੰ ਕੋਈ ਸ਼ੌਕ ਨਹੀਂ ਆ ਕਿ ਅਸੀਂ ਕਰੋਨਾ ਬਾਰੇ ਗੱਲ ਕਰਦੇ ਆ। ਸਾਡੇ ਰਿਸ਼ਤੇਦਾਰ ਉੱਥੇ ਆ, ਸਾਡੀਆਂ ਜੜ੍ਹਾਂ ਉੱਥੇ ਆ, ਸਾਡੇ ਦੋਸਤ ਮਿੱਤਰ ਉੱਥੇ ਆ, ਪਰਿਵਾਰ ਉੱਥੇ ਆ, ਅਸੀਂ ਉਹਨਾਂ ਦੀ ਸੁੱਖ ਮੰਗਦੇ ਆ। ਇਹ ਜੋ ਹਾਲਾਤ ਉੱਥੇ ਵਾਪਰ ਰਹੇ ਆ,
ਇਹ ਬੜੇ ਚਿੰਤਾ ਵਾਲੇ ਹੈਗੇ ਆ। ਔਰ ਜਾਨ ਹਮੇਸ਼ਾ ਮੁੱਠੀ 'ਚ ਆਉਂਦੀ ਆ। ਜਦੋਂ ਕੈਨੇਡਾ ਵਿੱਚ ਰਾਤ ਹੁੰਦੀ ਆ ਤੇ ਇੰਡੀਆ 'ਚ ਦਿਨ ਹੁੰਦਾ, ਅੱਧੀ ਰਾਤ ਤੱਕ ਤਾਂ ਤੁਹਾਨੂੰ ਨੀਂਦ ਇਸੇ ਕਰਕੇ ਨਹੀਂ ਆਉਂਦੀ ਕਿ ਉਧਰੋਂ ਕੋਈ ਮਾੜੀ ਖਬਰ ਨਾ ਆ ਜਾਵੇ। ਜੇ ਕੋਈ ਰਾਤ ਨੂੰ 9 ਵਜੇ ਤੋਂ ਬਾਅਦ ਫੋਨ ਦੀ ਘੰਟੀ ਵੱਜਦੀ ਆ ਤੇ ਚਿੰਤਾ ਹੋ ਜਾਂਦੀ ਆ ਕਿਤੇ ਇੰਡੀਆ ਤੋਂ ਤਾਂ ਨਹੀਂ ਹੈਗਾ। ਇਸ ਤਰੀਕੇ ਨਾਲ ਹਾਲਾਤ ਸਾਡੇ ਬਣੇ ਪਏ ਆ। ਅਸੀਂ ਬਹੁਤ ਔਖੇ ਦਿਨਾਂ ਵਿੱਚੋਂ ਲੰਘ ਰਹੇ ਹੈਗੇ ਆ। ਅੱਜ ਇੰਡੀਆ ਦੇ ਲੋਕ ਜਿਨ੍ਹਾਂ ਦੀ ਜਾਨ ਮੁੱਠੀ ਵਿੱਚ ਆ, ਜਿਨ੍ਹਾਂ ਨੂੰ ਪਤਾ ਹੀ ਨਹੀਂ ਆ ਕੱਲ੍ਹ ਨੂੰ ਕੀ ਹੋ ਜਾਣਾ। ਔਰ ਜਿੱਦਾਂ ਉੱਥੇ ਤੁਸੀਂ ਦੱਸਿਆ ਕਿ ਲਾਸ਼ਾਂ ਦਾ ਸੰਸਕਾਰ ਕਰਨ ਵਾਸਤੇ ਜਗ੍ਹਾ ਹੀ ਹੈ ਨਹੀਂ, ਸ਼ਮਸ਼ਾਨ ਘਾਟ ਨੂੰ ਅੰਦਰੋਂ ਲੌਕ ਕਰ ਦਿੱਤਾ ਜਾਂਦਾ ਕਿ ਇਹ ਜਿਹੜੀ ਪਹਿਲਾਂ ਸੰਸਕਾਰ ਹੋ ਰਹੇ ਆ ਇਹ ਹੋ ਜਾਣਗੇ ਤੇ ਫਿਰ ਦੂਜਿਆਂ ਨੂੰ ਆਉਣ ਦਿੱਤਾ ਜਾਊਗਾ। ਹੁਣ ਤਾਂ ਸੰਸਕਾਰ ਕਰਨ ਵਾਲੇ ਕਹਿੰਦੇ ਸਾਡੇ ਕੋਲ ਲੱਕੜਾਂ ਹੀ ਹਨ। ਗੁਜਰਾਤ ਵਿੱਚ ਇੱਕ ਜਗ੍ਹਾ ਤੇ ਉਹਨਾਂ ਨੇ ਕਹਿ ਦਿੱਤਾ ਕਿ ਕੋਈ ਗੱਲ ਨਹੀਂ ਜੀ, 10 ਘੰਟੇ ਪਹਿਲਾਂ ਅਸੀਂ ਜਿਹੜੀ ਆ ਉਹ ਤਿਆਰ ਕਰਤੀ ਹੈਗੀ ਆ, ਤੁਸੀਂ ਉਹਦੇ ਤੇ ਲਾ ਕੇ ਲਾਸ਼ ਹੀ ਰੱਖਣੀ, ਬਸ ਅੱਗ ਲਾ ਦਿਓ, ਗੱਲ ਖਤਮ। ਹੁਣ ਉਹ ਸੰਸਕਾਰ ਕਰਨ ਵਾਲੇ ਜਿਹੜੇ ਹੈਗੇ ਆ ਉਹ ਮੰਤਰ ਪੜ੍ਹਦੇ, ਕਿਉਂਕਿ ਸਾਡੇ ਧਰਮ ਨਾਲ ਜੁੜੀਆਂ ਸਾਡੇ ਸੰਸਕਾਰ ਹੈਗੇ ਆ, ਉਹ ਮੰਤਰ ਪੜ੍ਹਨ ਦੇ 20,000 ਰੁਪਈਆ ਲੈ ਰਹੇ ਲੋਕਾਂ ਕੋਲ। ਇੱਕ ਬੰਨੇ ਉਹ ਬੰਦਾ ਉਹਨਾਂ ਦਾ ਜਾਨ ਚਲਾ ਗਿਆ ਪਰਿਵਾਰ ਦਾ। ਇੱਦਾਂ ਦੀਆਂ ਖਬਰਾਂ ਵੀ ਸੁਣਨ ਨੂੰ ਮਿਲੀਆਂ ਵੀ ਪਰਿਵਾਰ ਦੇ ਵਿੱਚ ਬਜ਼ੁਰਗ ਔਰਤ ਸੀ, ਹਸਬੈਂਡ ਵਾਈਫ ਦੋਨੋਂ ਹੀ ਦਾਖਲ ਕਰਾਉਣੇ ਪੈ ਗਏ, ਦੋਨਾਂ ਦੇ ਲਾਸ਼ਾਂ ਹੀ ਘਰ ਆਈਆਂ, ਉਹ ਆਪ ਨਹੀਂ ਆ ਸਕੇ, ਉਹਨਾਂ ਦਾ ਕੋਈ ਸੁੱਖ ਸੁਨੇਹਾ ਨਹੀਂ ਆ ਸਕਿਆ, ਲਾਸ਼ਾਂ ਹੀ ਆਈਆਂ। ਹੁਣ ਜਦੋਂ ਸੰਸਕਾਰ ਹੁੰਦਾ ਤੇ ਉਹ ਕਹਿੰਦੇ ਆ ਜੀ ਜਦੋਂ ਸੇਵਾ ਠੰਡਾ ਹੁੰਦਾ ਵਾ, ਠੰਡਾ ਵੀ ਨਹੀਂ ਕਰਨਾ, ਜਦੋਂ ਸੰਸਕਾਰ ਖਤਮ ਹੋ ਜਾਂਦਾ ਤੁਹਾਡਾ ਲੱਕੜਾਂ ਸਾਰੀਆਂ ਜਲ ਜਾਂਦੀਆਂ ਹੈਗੀਆਂ ਤੇ ਪਾਣੀ ਦੇ ਛਿੱਟੇ ਮਾਰ ਕੇ ਜਿਹੜੇ ਤੁਸੀਂ ਅਸਥੀਆਂ ਪਾਸੇ ਕਰਨੀਆਂ ਚਾਹੁੰਦੇ ਆ ਕਰ ਲਓ, ਨਹੀਂ ਤੇ ਦੂਜਿਆਂ ਨੇ ਲਿਆ ਕੇ ਪਾਸੇ ਕਰਕੇ ਮਾਰ ਦੇਣੀਆਂ ਤੇ ਫਿਰ ਉਹਨਾਂ ਨੇ ਆਪਦਾ ਸੰਸਕਾਰ ਕਰ ਦੇਣਾ। ਜੇ ਤੁਸੀਂ ਇਹਨਾਂ ਨੂੰ ਕੋਈ ਵਿਧੀਵੱਧ ਇਹਨੂੰ ਗੰਗਾ ਵਿੱਚ ਉੱਥੇ ਹਰਿਦੁਆਰ ਜਾਂ ਕਿਸੇ ਹੋਰ ਜਗ੍ਹਾ ਜਲ ਪ੍ਰਵਾਹ ਕਰਨੀਆਂ ਚਾਹੁੰਦੇ ਆ ਤੇ ਉਸੇ ਵੇਲੇ ਪਾਣੀ ਦੇ ਛਿੱਟਾ ਮਾਰੋ ਤੇ ਲੈ ਜਾਓ ਚੱਕ ਕੇ। ਇਹ ਹਾਲਤ ਜਿਸ ਦੇਸ਼ ਵਿੱਚ ਬਣ ਚੁੱਕੀ ਹੋਵੇ, ਜਿਹੜਾ ਤੁਹਾਡਾ ਪਹਿਲਾ ਸਵਾਲ ਸੀ ਥੂ ਥੂ ਹੁੰਦੀ ਪਈ ਹੈ, ਕਿਉਂ ਨਾ ਥੂ ਥੂ ਹੋਵੇ। ਬਿਲਕੁਲ ਇਹ ਹਾਲਾਤ ਜਿਹੜੇ ਆ ਇਹ ਬੜੇ ਚਿੰਤਾ ਵਾਲੇ ਆ। ਆਉਣ ਵਾਲੇ ਦਿਨਾਂ ਵਿੱਚ ਨਾ ਸੁਧਰੇ, ਮੈਂ ਗਰੰਟੀ ਨਾਲ ਕਹਿੰਦਾ ਜੀ ਆਉਣ ਵਾਲੇ 2-4 ਦਿਨਾਂ ਦੇ ਵਿੱਚ ਉਹਦੀ ਜਿਹੜਾ ਤੁਹਾਨੂੰ ਇੰਗਲਿਸ਼ ਨਿਊਜ਼ ਚੈਨਲ ਦੱਸਿਆ ਮੈਂ, ਉਹਦੇ ਵਿੱਚ ਇੰਡੀਆ ਦਾ ਨੰਬਰ ਅਮਰੀਕਾ ਤੋਂ ਵੀ ਉੱਪਰ ਹੋਊਗਾ। ਆਉਣ ਵਾਲੇ ਦਿਨਾਂ ਵਿੱਚ ਮੌਤਾਂ ਨਾ ਹੋਣ, ਇੱਕ ਵੀ ਮੌਤ ਨਾ ਹੋਵੇ, ਕਰੋਨਾ ਦੀ ਸਾਰਿਆਂ ਨੂੰ ਵੈਕਸੀਨ ਆ ਜਿਹੜੀ ਜਲਦੀ ਲੱਗ ਜੇ, ਇਹ ਅਸੀਂ ਕਾਮਨਾ ਕਰਦੇ ਹਾਂ। ਬਿਲਕੁਲ। ਤੁਸੀਂ ਸਟੂਡੀਓ ਆਏ, ਕਰੋਨਾ ਬਾਰੇ ਸਾਰੀ ਅਪਡੇਟ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ। ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ ਮੀਡੀਆ, ਤੁਹਾਡੀ ਆਪਣੀ ਆਵਾਜ਼। ਨਵੇਂ ਜੇਕਰ ਤੁਹਾਡੇ ਕੋਈ ਤੌਖਲੇ ਨੇ, ਤੁਸੀਂ ਕੋਈ ਸਾਨੂੰ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਦੇ ਰੂਪ ਦੇ ਵਿੱਚ ਸਾਨੂੰ ਸੈਂਡ ਕਰ ਸਕਦੇ ਹੋ, ਅਸੀਂ ਉੱਤੇ ਗੌਰ ਕਰਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।